ਸਤਿ ਸ਼੍ਰੀ ਅਕਾਲ HSN TV ਤੁਸੀਂ ਵੇਖ ਰਹੇ ਹੋ ਤੇ ਆਓ ਖਬਰਾਂ ਦੇ ਇਸ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਇਹਨਾਂ ਖਾਸ ਖਬਰਾਂ ਤੋਂ। ਅਮਰੀਕਾ ਜਾਣ ਵਾਲੇ ਭਾਰਤੀਆਂ ਦੇ ਲਈ ਖਾਸ ਖਬਰ, ਵੀਜ਼ੇ ਦੇ ਲਈ ਕਰਨਾ ਪੈ ਸਕਦਾ ਹੈ 500 ਦਿਨਾਂ ਦਾ ਇੰਤਜ਼ਾਰ। ਉੱਤਰੀ ਕੈਲੀਫੋਰਨੀਆ ਦੇ ਵਿੱਚ ਹਵਾਈ ਅੱਡੇ ਤੇ ਲੈਂਡਿੰਗ ਦੇ ਦੌਰਾਨ ਟਕਰਾਏ ਜਹਾਜ਼, 2 ਲੋਕਾਂ ਦੀ ਹੋਈ ਮੌਤ। ਹੈਲਥ ਕੇਅਰ ਸਿਸਟਮ ਨੂੰ ਲੀਹ ਦੇ ਉੱਤੇ ਲਿਆਉਣ ਦੇ ਲਈ ਫੋਰਡ ਸਰਕਾਰ ਨੇ ਜਾਰੀ ਕੀਤਾ ਪਲਾਨ ਟੂ ਸਟੇ ਓਪਨ। ਮਹਾਰਾਸ਼ਟਰ ਦੇ ਵਿੱਚ ਕਿਸ਼ਤੀ 'ਚੋਂ ਮਿਲੀਆਂ 3 AK-47 ਰਾਈਫਲਾਂ ਤੇ ਕਾਰਤੂਸ। ਘਰੇਲੂ ਉਡਾਣਾਂ ਦੇ ਵਿੱਚ ਸਿੱਖ ਯਾਤਰੀਆਂ ਦੇ ਕਿਰਪਾਨ ਰੱਖਣ ਤੇ ਰੋਕ ਨਹੀਂ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ CBI ਦੀ ਛਾਪੇਮਾਰੀ, ਟਵੀਟ ਕਰਕੇ ਦਿੱਤੀ ਜਾਣਕਾਰੀ। 7 ਸਾਲ ਦੀ ਉਮਰ ਦੇ ਵਿੱਚ ਵੱਡੀਆਂ ਬੁਲੰਦੀਆਂ ਛੂਹਣ ਵਾਲੀ ਮਾਊਂਟੇਨੀਅਰ ਸਾਨਵੀ ਸੂਦ ਨੂੰ CM ਮਾਨ ਨੇ ਕੀਤਾ ਸਨਮਾਨਿਤ। ਅੱਤਵਾਦੀਆਂ ਦੇ ਨਿਸ਼ਾਨੇ ਤੇ ਹਨ ਮੋਹਾਲੀ ਤੇ ਮੋਗਾ ਦੇ ਕਈ ਨਾਮੀ ਲੋਕ। ਗੈਂਗਸਟਰਾਂ ਨੇ ਪੁੱਛਗਿੱਛ ਦੇ ਵਿੱਚ ਕੀਤੇ ਵੱਡੇ ਅਹਿਮ ਖੁਲਾਸੇ। ਮਾਮਲਾ ਹੜ੍ਹ ਦੇ ਵਿੱਚ ਕੰਡਮ ਹੋ ਚੁੱਕਿਆ ਲਗਜ਼ਰੀ ਗੱਡੀਆਂ ਨੂੰ ਕਰੋੜਾਂ ਦੇ ਵਿੱਚ ਵੇਚਣ ਦਾ, 40 ਕਾਰਾਂ ਹੋਈਆਂ ਬਰਾਮਦ, 3 ਕਾਬੂ। ਰਾਵੀ ਦੇ ਵਿੱਚ ਵਧਿਆ ਪਾਣੀ ਦਾ ਪੱਧਰ, ਅੱਕੇ ਲੋਕਾਂ ਨੇ ਕਿਹਾ ਹੱਲ ਨਹੀਂ ਕਰ ਸਕਦੇ ਤਾਂ ਸਾਨੂੰ ਪਾਕਿਸਤਾਨ ਦੇ ਨਾਲ ਜੋੜ ਦਿਓ। ਵਿੱਤ ਮੰਤਰੀ ਦੇ ਵੱਲੋਂ ਟਰਾਂਸਪੋਰਟ ਯੂਨੀਅਨ ਨੂੰ ਭਰੋਸਾ, ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਹੱਲ। ਵਾਤਾਵਰਣ ਪ੍ਰੇਮੀ ਨੇ ਖਰੀਦੇ ਚਿੱਟੇ ਦੀ ਪੂੜੀ ਤੇ ਪਹੁੰਚ ਗਿਆ ਵਿਧਾਇਕ ਦੇ ਦਫ਼ਤਰ, ਕਹਿੰਦਾ ਹੁਣ ਕਰੋ ਕਾਰਵਾਈ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੀ ਯਾਤਰਾ ਕਰਨ ਦੀ ਯੋਜਨਾ ਬਣ ਰਹੇ ਲੋਕਾਂ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਕਿਉਂਕਿ ਉਹਨਾਂ ਨੂੰ ਵਿਜ਼ਿਟਰ ਵੀਜ਼ਾ ਮਿਲਣ ਦੇ ਲਈ ਕਾਫੀ ਲੰਬਾ ਇੰਤਜ਼ਾਰ ਕਰਨਾ ਪਵੇਗਾ। US ਡਿਪਾਰਟਮੈਂਟ ਆਫ ਸਟੇਟ ਟਰੈਵਲ ਦੀ ਵੈਬਸਾਈਟ ਦੇ ਮੁਤਾਬਕ ਨਵੀਂ ਦਿੱਲੀ ਦੇ ਵਿੱਚ ਅਮਰੀਕੀ ਵਣਜ ਦੂਤਘਰ ਦੇ ਵਿੱਚ ਵੀਜ਼ਾ ਅਪਾਇੰਟਮੈਂਟ ਦੇ ਲਈ ਔਸਤ ਵੇਟਿੰਗ ਸਮਾਂ ਵਿਜ਼ਿਟਰ ਵੀਜ਼ੇ ਦੇ ਲਈ 552 ਦਿਨ ਦਾ ਹੈ। ਉੱਥੇ ਹੀ ਸਟੂਡੈਂਟ ਵੀਜ਼ੇ ਦੀ ਜੇਕਰ ਗੱਲ ਕਰੀਏ ਤਾਂ ਇਸ ਦਾ ਵੇਟਿੰਗ ਸਮਾਂ 471 ਦਿਨ ਹੈ। ਵੈਬਸਾਈਟ ਦੇ ਮੁਤਾਬਕ ਜੇਕਰ ਸਥਾਨ ਬਦਲ ਕੇ ਮੁੰਬਈ ਕਰ ਦਿੱਤਾ ਜਾਂਦਾ ਹੈ ਤਾਂ US ਵੀਜ਼ਾ ਅਪਾਇੰਟਮੈਂਟ ਦੇ ਲਈ ਔਸਤ ਵੇਟਿੰਗ ਸਮਾਂ ਵਿਜ਼ਿਟਰ ਵੀਜ਼ਾ ਦੇ ਲਈ 517 ਦਿਨ ਹੈ ਤੇ ਸਟੂਡੈਂਟ ਵੀਜ਼ੇ ਦੇ ਲਈ 10 ਦਿਨ ਹੈ। ਹੋਰ ਸਾਰੇ ਗੈਰ ਅਪ੍ਰਵਾਸੀ ਵੀਜ਼ੇ ਦੇ ਲਈ ਵੇਟਿੰਗ ਸਮਾਂ ਦਿੱਲੀ ਦੇ ਵਿੱਚ 198 ਦਿਨ ਤੇ ਮੁੰਬਈ ਦੇ ਵਿੱਚ 72 ਦਿਨ ਹੈ। ਹੈਦਰਾਬਾਦ ਦੇ ਵਿੱਚ US ਵੀਜ਼ਾ ਅਪਾਇੰਟਮੈਂਟ ਦੇ ਲਈ ਔਸਤ ਵੇਟਿੰਗ ਸਮਾਂ ਵਿਜ਼ਿਟਰ ਵੀਜ਼ੇ ਦੇ ਲਈ 518 ਦਿਨ ਤੇ ਸਟੂਡੈਂਟ ਵੀਜ਼ੇ ਦੇ ਲਈ 479 ਦਿਨ ਹੈ। ਇਸੇ ਤਰ੍ਹਾਂ ਕੋਲਕਾਤਾ ਦੇ ਵਿੱਚ US ਵੀਜ਼ਾ ਅਪਾਇੰਟਮੈਂਟ ਦੇ ਲਈ ਔਸਤ ਵੇਟਿੰਗ ਸਮਾਂ ਵਿਜ਼ਿਟਰ ਵੀਜ਼ੇ ਦੇ ਲਈ 587 ਦਿਨ ਤੇ ਸਟੂਡੈਂਟ ਵੀਜ਼ੇ ਦੇ ਲਈ 2 ਦਿਨ ਹੈ। ਉੱਥੇ ਚੇਨਈ ਦੇ ਵਿੱਚ US ਵੀਜ਼ਾ ਅਪਾਇੰਟਮੈਂਟ ਦੇ ਲਈ ਔਸਤ ਵੇਟਿੰਗ ਸਮਾਂ ਵਿਜ਼ਿਟਰ ਵੀਜ਼ੇ ਦੇ ਲਈ 513 ਤੇ ਸਟੂਡੈਂਟ ਵੀਜ਼ੇ ਦੇ ਲਈ 8 ਦਿਨ ਹੈ। ਅਮਰੀਕਾ ਤੋਂ ਇਲਾਵਾ ਹੋਰ ਦੇਸ਼ ਜਿਵੇਂ ਕਿ UK, ਸ਼ੈਂਗਨ ਸਟੇਟਸ, ਕੈਨੇਡਾ ਆਦਿ ਦੇ ਲਈ ਵੀਜ਼ਾ ਐਪਲੀਕੇਸ਼ਨ ਤੇ ਪ੍ਰੋਸੈਸਿੰਗ ਦੇ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ। ਉੱਥੇ ਹੀ ਲੰਬੇ ਸਮੇਂ ਤੇ ਅਪਾਇੰਟਮੈਂਟ ਦੇ ਬਾਰੇ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਵਿਦੇਸ਼ ਵਿਭਾਗ ਪ੍ਰਵਾਸੀ ਤੇ ਗੈਰ ਪ੍ਰਵਾਸੀ ਦੋਵਾਂ ਯਾਤਰੀਆਂ ਦੇ ਲਈ ਅਮਰੀਕਾ ਦੀ ਕਾਨੂੰਨੀ ਯਾਤਰਾ ਦੀ ਸਹੂਲਤ ਦੇ ਲਈ ਵਚਨਬੱਧ ਨੇ ਤੇ ਦੂਤਘਰ ਦੇ ਬੁਲਾਰੇ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਅਮਰੀਕੀ ਸਰਕਾਰ ਨਵੇਂ ਕਰਮਚਾਰੀਆਂ ਨੂੰ ਔਨ ਬੋਰਡਿੰਗ ਤੇ ਸਿਖਲਾਈ ਸਮੇਤ ਮਹਾਮਾਰੀ ਦੇ ਦੌਰਾਨ ਘੱਟ ਕੀਤੇ ਗਏ ਕੌਂਸਲਰ ਸਟਾਫਿੰਗ ਗੈਪ ਨੂੰ ਪੂਰਾ ਕਰਕੇ ਵੇਟਿੰਗ ਸਮੇਂ ਤੇ ਬੈਕਲੌਗ ਨੂੰ ਘਟਾਉਣ ਦੇ ਲਈ ਕਦਮ ਚੁੱਕ ਰਹੀ ਹੈ। ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਲਗਭਗ ਮੁਕੰਮਲ ਬੰਦ ਹੋਣ ਤੇ ਸਰੋਤ ਫ੍ਰੀਜ਼ ਹੋਣ ਤੋਂ ਬਾਅਦ ਵੀਜ਼ਾ ਪ੍ਰਕਿਰਿਆ ਮੁੜ ਸ਼ੁਰੂ ਹੋ ਰਹੀ ਹੈ। ਇਸ ਲਈ ਅਮਰੀਕੀ ਸਰਕਾਰ ਕੌਮੀ ਹਿੱਤਾਂ ਤੇ ਦੂਜੀ ਵਾਰ ਜਾਣ ਵਾਲਿਆਂ ਨੂੰ ਪਹਿਲ ਦੇ ਰਹੀ ਹੈ। ਇਸ ਲਈ ਵਿਜ਼ਿਟਰ ਵੀਜ਼ੇ ਦੇ ਲਈ ਅਪਲਾਈ ਕਰਨ ਵਾਲੇ ਕੁਝ ਯਾਤਰੀਆਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਉਧਰ ਉੱਤਰੀ ਕੈਲੀਫੋਰਨੀਆ ਦੇ ਇੱਕ ਸਥਾਨਕ ਹਵਾਈ ਅੱਡੇ ਤੇ ਉਤਰਨ ਦੀ ਕੋਸ਼ਿਸ਼ ਕਰਦੇ ਸਮੇਂ ਵੀਰਵਾਰ ਨੂੰ 2 ਜਹਾਜ਼ਾਂ ਦੀ ਟੱਕਰ ਹੋ ਗਈ, ਜਿਸ ਦੇ ਨਾਲ ਜਹਾਜ਼ ਵਿੱਚ ਸਵਾਰ 3 ਵਿਅਕਤੀਆਂ ਦੇ ਵਿੱਚੋਂ ਘੱਟੋ-ਘੱਟ 2 ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਾਟਸਨਵਿਲੇ ਸ਼ਹਿਰ ਦੇ ਆਪਣੇ ਅਧਿਕਾਰੀ ਟਵਿੱਟਰ ਅਕਾਊਂਟ ਤੇ ਕਿ ਇਹ ਹਾਦਸਾ ਵਾਟਸਨਵਿਲੇ ਮਿਊਨਿਸਪਲ ਏਅਰਪੋਰਟ ਤੇ ਦੁਪਹਿਰ 3 ਵਜੇ ਤੋਂ ਕੁਝ ਦੇਰ ਪਹਿਲਾਂ ਵਾਪਰਿਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਹਾਦਸੇ ਦੇ ਦੌਰਾਨ 2 ਇੰਜਨ ਵਾਲੇ ਸੈਂਸਨਾ 340 ਦੇ ਵਿੱਚ 2 ਲੋਕ ਸਵਾਰ ਸਨ। ਸਿੰਗਲ ਇੰਜਨ ਵਾਲੇ ਸੈਂਸਨਾ 152 ਦੇ ਵਿੱਚ ਸਿਰਫ ਪਾਇਲਟ ਸਵਾਰ ਸੀ। ਮ੍ਰਿਤਕਾਂ ਦੀ ਗਿਣਤੀ ਅਜੇ ਸਪਸ਼ਟ ਨਹੀਂ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਹਵਾਈ ਅੱਡੇ ਤੇ ਲੈਂਡ ਕਰ ਰਹੇ ਸਨ। ਹਾਲਾਂਕਿ ਹਵਾਈ ਅੱਡੇ ਤੇ ਹੋਏ ਇਸ ਹਾਦਸੇ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। FAA ਦੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਮਾਮਲੇ ਦੀ ਜਾਂਚ ਕਰ ਰਹੇ ਨੇ। ਉਧਰ ਹੈਲਥ ਕੇਅਰ ਸਿਸਟਮ ਨੂੰ ਲੀਹ ਦੇ ਉੱਤੇ ਲਿਆਉਣ ਦੇ ਲਈ ਫੋਰਡ ਸਰਕਾਰ ਨੇ ਪ੍ਰਾਈਵੇਟ ਕਲੀਨਿਕ ਸਰਜਰੀਜ਼ ਨੂੰ ਫੰਡ ਦੇਣੇ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮਰੀਜ਼ਾਂ ਨੂੰ ਉਹਨਾਂ ਦੀਆਂ ਕਮਿਊਨਿਟੀਜ਼ ਤੋਂ ਬਾਹਰ ਲੌਂਗ ਟਰਮ ਕੇਅਰ ਬੈੱਡਸ ਮੁਹੱਈਆ ਕਰਵਾਉਣ ਦੀ ਖੁੱਲ੍ਹ ਦੇਣ ਦੇ ਲਈ ਬਿੱਲ ਲਿਆਉਣ ਦਾ ਫੈਸਲਾ ਵੀ ਕੀਤਾ। ਸਿਹਤ ਮੰਤਰੀ ਸਿਲਵੀਆ ਜੋਨਸ ਨੇ ਵੀਰਵਾਰ ਸਵੇਰੇ ਸਨੀਬਰੁਕ ਹਸਪਤਾਲ ਤੋਂ ਸਰਕਾਰ ਦੇ ਪਲਾਨ ਟੂ ਸਟੇ ਓਪਨ ਦਾ ਖੁਲਾਸਾ ਕਰਦੇ ਆਖਿਆ ਕਿ ਅਸੀਂ ਓਨਟਾਰੀਓ ਦੇ ਹਸਪਤਾਲਾਂ ਦੇ ਉੱਤੇ ਪਏ ਬੋਝ ਨੂੰ ਘਟਾਉਣਾ ਚਾਹੁੰਦੇ ਹਾਂ। ਇਸ ਦੇ ਹਸਪਤਾਲਾਂ ਨੂੰ ਸਟਾਫ ਦੀ ਘਰ ਦੇ ਚੱਲਦੇ ਆਪਣੇ ਐਮਰਜੈਂਸੀ ਰੂਮਸ ਤੱਕ ਬੰਦ ਕਰਨੇ ਪੈ ਰਹੇ ਨੇ। ਉਹਨਾਂ ਨੇ ਆਖਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਫਰੰਟਲਾਈਨ ਵਰਕਰਸ, ਹਸਪਤਾਲ, ਲੌਂਗ ਟਰਮ ਕੇਅਰ ਤੇ ਯੂਨੀਅਨ ਲੀਡਰਸ਼ਿਪ ਦੇ ਨਾਲ ਰਲ ਕੇ ਇਸ ਸਮੱਸਿਆ ਦਾ ਕੋਈ ਠੋਸ ਹੱਲ ਕੱਢਣ ਦੇ ਲਈ ਕੰਮ ਕਰ ਰਹੇ ਹਾਂ, ਜਿਸ ਦੇ ਨਾਲ ਹਸਪਤਾਲਾਂ ਦੇ ਵਰਕਰਸ ਉੱਤੇ ਪੈ ਰਹੇ ਦਬਾਅ ਨੂੰ ਘਟਾਇਆ ਜਾ ਸਕੇ ਤੇ ਆਉਣ ਵਾਲੀ ਸਰਦ ਰੁੱਤ ਦੇ ਵਿੱਚ ਮਰੀਜ਼ਾਂ ਦੀ ਤਾਦਾਦ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਨੂੰ ਧਿਆਨ ਦੇ ਵਿੱਚ ਰੱਖਿਆ ਹੋਇਆ ਤਿਆਰੀ ਕੀਤੀ ਜਾ ਸਕੇ। ਇਸ ਤੋਂ ਇਲਾਵਾ ਮੌਜੂਦਾ ਪ੍ਰਾਈਵੇਟ ਫੈਸਿਲਿਟੀਜ਼ ਦੇ ਵਿੱਚ OHIP ਵਾਲੇ ਸਰਜੀਕਲ ਪ੍ਰੋਸੀਜਰਸ ਦੀ ਗਿਣਤੀ ਵਧਾ ਕੇ ਹੈਲਥ ਕੇਅਰ ਸਿਸਟਮ ਦੀ ਸਰਜੀਕਲ ਸਮਰੱਥਾ ਨੂੰ ਵਧਾਉਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਪ੍ਰਾਈਵੇਟ ਕਲੀਨਿਕਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਰਜਰੀਜ਼ ਕਰਵਾਈਆਂ ਜਾ ਸਕਣਗੀਆਂ। ਪੈਰਾਮੈਡਿਕਸ ਦੇ ਕੋਲ ਮਰੀਜ਼ਾਂ ਨੂੰ ਐਮਰਜੈਂਸੀ ਰੂਮਸ ਤੋਂ ਇਲਾਵਾ ਕਿਸੇ ਹੋਰ ਥਾਂ ਉੱਤੇ ਲਿਜਾਣ ਦੀ ਖੁੱਲ੍ਹ ਵੀ ਹੋਵੇਗੀ। ਉਹ ਮਰੀਜ਼ਾਂ ਦਾ ਘਰ ਵਿੱਚ ਹੀ ਇਲਾਜ ਕਰ ਸਕਣਗੇ ਜਾਂ ਉਹਨਾਂ ਨੂੰ ਇਸੇ ਹੋਰ ਫੈਸਿਲਿਟੀ ਉੱਤੇ ਲਿਜਾ ਸਕਣਗੇ। ਇਸ ਪਲਾਨ ਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਨਰਸਾਂ ਨੂੰ ਫੁੱਲ ਟਾਈਮ ਰੀਜਨ ਦੇ ਕਈ ਹਸਪਤਾਲਾਂ ਦੇ ਵਿੱਚ ਤਾਇਨਾਤ ਕੀਤਾ ਜਾ ਸਕੇਗਾ ਅਤੇ ਆਪਣੇ ਕਰੀਅਰ ਦੇ ਮੱਧ ਦੇ ਵਿੱਚ ਜਾਂ ਅਖੀਰ ਦੇ ਵਿੱਚ ਪਹੁੰਚ ਚੁੱਕੀਆਂ ਨਰਸਾਂ ਦੇ ਨਾਲ-ਨਾਲ ਰਿਟਾਇਰਡ ਨਰਸਾਂ ਵੀ ਨਵੀਆਂ ਨਰਸਾਂ ਨੂੰ ਕੰਮ ਸਿਖਾ ਸਕਣਗੀਆਂ।
ਪ੍ਰੋਵਿੰਸ ਆਰਜ਼ੀ ਤੌਰ ਦੇ ਉੱਤੇ ਕੌਮਾਂਤਰੀ ਪੱਧਰ ਦੇ ਉੱਤੇ ਟ੍ਰੇਨ ਤੇ ਰਿਟਾਇਰ ਨਰਸਾਂ ਦੇ ਲਈ ਪ੍ਰੀਖਿਆ ਅਰਜ਼ੀ ਤੇ ਰਜਿਸਟ੍ਰੇਸ਼ਨ ਫੀਸ ਕਵਰ ਕਰਨ ਦਾ ਇੰਤਜ਼ਾਮ ਕਰੇਗੀ, ਜਿਸ ਦੇ ਨਾਲ ਉਹਨਾਂ ਨੂੰ $1500 ਦੀ ਬਚਤ ਹੋਵੇਗੀ। ਇਸ ਤੋਂ ਇਲਾਵਾ ਲੌਂਗ ਟਰਮ ਕੇਅਰ ਹੋਮਸ ਤੇ ਪ੍ਰੈਕਟਿਸ ਕਰਨ ਵਾਲੀਆਂ ਨਰਸਾਂ ਦੀ ਗਿਣਤੀ ਦੇ ਵਿੱਚ ਵਾਧਾ ਕਰਨ ਦੇ ਲਈ ਸਰਕਾਰ 3 ਸਾਲਾਂ ਦੇ ਅਰਸੇ ਦੇ ਵਿੱਚ $57.6 ਮਿਲੀਅਨ ਦਾ ਨਿਵੇਸ਼ ਕਰਨ ਬਾਰੇ ਯੋਜਨਾ ਦੇ ਉੱਤੇ ਵੀ ਵਿਚਾਰ ਕਰ ਰਹੀ ਹੈ। ਜੌਨਸ ਨੇ ਆਖਿਆ ਕਿ ਇਸ ਨਵੇਂ ਪਲਾਨ ਤਹਿਤ ਹਸਪਤਾਲਾਂ ਦੇ ਵਿੱਚ 2500 ਬੈੱਡ ਹੋਰ ਲਾਏ ਜਾਣਗੇ ਤੇ 6000 ਤੋਂ ਵੱਧ ਹੈਲਥ ਕੇਅਰ ਵਰਕਰਜ਼ ਭਰਤੀ ਕੀਤੇ ਜਾਣਗੇ। ਉਧਰ ਮਹਾਰਾਸ਼ਟਰ ਤੇ ਰਾਏਗੜ੍ਹ ਤੱਟ ਦੇ ਵੀਰਵਾਰ ਨੂੰ ਇੱਕ ਸ਼ੱਕੀ ਕਿਸ਼ਤੀ ਪਾਈ ਗਈ, ਜਿਸ ਦੇ ਵਿੱਚ 3 AK-47 ਰਾਈਫਲ ਤੇ ਕਾਰਤੂਸ ਰੱਖੇ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਇਸ ਦੇ ਨਾਲ ਸੁਰੱਖਿਆ ਸੰਬੰਧੀ ਕੋਈ ਖਤਰਾ ਨਹੀਂ ਹੈ। ਉਹਨਾਂ ਦੇ ਮੁਤਾਬਕ ਇਸ ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਇਸ ਸਾਲ ਜੂਨ ਦੇ ਵਿੱਚ ਓਮਾਨ ਤੱਟ ਦੇ ਨੇੜੇ ਬਚਾਇਆ ਗਿਆ ਸੀ। ਤੱਟ ਰੱਖਿਅਕ ਤੇ ਅਧਿਕਾਰੀਆਂ ਦੇ ਮੁਤਾਬਕ ਸਮੁੰਦਰੀ ਹਵਾ ਕਾਰਨ ਕਿਸ਼ਤੀ ਰਾਏਗੜ੍ਹ ਤੱਟ ਦੇ ਨੇੜੇ ਆ ਗਈ। ਕਿਸ਼ਤੀ ਦੇ ਵਿੱਚ ਚਾਲਕ ਦਲ ਦਾ ਕੋਈ ਮੈਂਬਰ ਨਹੀਂ ਸੀ। ਤੱਟ ਰੱਖਿਅਕ ਦੇ ਇੱਕ ਅਧਿਕਾਰੀ ਨੇ ਵੀ ਦੱਸਿਆ ਕਿ ਇਹ ਬ੍ਰਿਟੇਨ ਦੇ ਵਿੱਚ ਰਜਿਸਟਰਡ ਕਿਸ਼ਤੀ ਹੈ ਜੋ ਓਮਾਨ ਤੋਂ ਯੂਰਪ ਜਾ ਰਹੀ ਸੀ। ਕਿਸ਼ਤੀ ਦੇ ਇੱਕ ਐਮਰਜੈਂਸੀ ਕਾਲ ਪ੍ਰਾਪਤ ਹੋਈ ਹੈ ਅਤੇ 26 ਜੂਨ ਨੂੰ ਮਸਕਟ ਦੇ ਆਸ-ਪਾਸ ਦੇ ਵਿੱਚ ਇਸ ਵਿੱਚ ਸਵਾਰ ਲੋਕਾਂ ਨੂੰ ਬਚਾ ਲਿਆ ਗਿਆ ਸੀ। ਅਧਿਕਾਰੀਆਂ ਦੇ ਮੁਤਾਬਕ ਹਥਿਆਰ ਵੇਚਣ ਵਾਲਿਆਂ ਦੇ ਨਾਲ ਸੰਪਰਕ ਕੀਤਾ ਗਿਆ ਤੇ ਕਿਸ਼ਤੀ ਦੇ ਵਿੱਚ ਮਿਲੇ ਹਥਿਆਰਾਂ ਦੀ ਗਿਣਤੀ ਵੇਚਣ ਵਾਲਿਆਂ ਦੀ ਸੂਚੀ ਤੋਂ ਗਾਇਬ ਹੋਏ ਹਥਿਆਰਾਂ ਦੇ ਨਾਲ ਮੇਲ ਖਾਂਦੀ ਹੈ। ਕਿਉਂਕਿ ਕਿਸ਼ਤੀ ਦੀ ਗਤੀ ਹੌਲੀ ਹੁੰਦੀ ਹੈ, ਇਸ ਦੇ ਲਈ ਉਸ ਨੂੰ ਛੋਟੇ ਹਥਿਆਰ ਲਿਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਸ ਤੇ ਸਵਾਰ ਲੋਕਾਂ ਨੇ ਕਿਸ਼ਤੀ ਨੂੰ ਜਦੋਂ ਛੱਡਿਆ ਸੀ ਉਦੋਂ ਉਹ ਆਪਣੇ ਨਾਲ ਹਥਿਆਰ ਲੈ ਕੇ ਨਹੀਂ ਗਏ ਸਨ। ਕਿਸ਼ਤੀ ਦੀ ਮਾਲਕੀ ਇੱਕ ਆਸਟ੍ਰੇਲੀਆਈ ਔਰਤ ਦੀ ਹੈ। ਉਧਰ ਦਿੱਲੀ ਹਾਈ ਕੋਰਟ ਨੇ ਘਰੇਲੂ ਉਡਾਣਾਂ ਦੌਰਾਨ ਸਿੱਖ ਯਾਤਰੀਆਂ ਨੂੰ 6 ਇੰਚ ਤੱਕ ਵਾਲੀ ਕਿਰਪਾਨ ਰੱਖਣ ਦੀ ਇਜਾਜ਼ਤ ਸੰਬੰਧੀ ਫੈਸਲੇ ਤੇ ਅੰਤਰਿਮ ਰੋਕ ਦਾ ਹੁਕਮ ਦੇਣ ਤੋਂ ਨਾ ਕਰ ਦਿੱਤੀ। ਇੱਕ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਤੇ ਜਸਟਿਸ ਸੁਬਰਮਣੀਅਮ ਪ੍ਰਸਾਦ ਦੀ ਬੈਂਚ ਨੇ ਕਿਹਾ ਕਿ ਕੋਈ ਰੋਕ ਨਹੀਂ। ਬੈਂਚ ਨੇ ਇਸ ਪਟੀਸ਼ਨ ਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਦਾ ਪੱਖ ਜਾਣਨਾ ਚਾਹਿਆ। ਪਟੀਸ਼ਨ ਦੇ ਵਿੱਚ ਇਸ ਸੰਬੰਧ ਵਿੱਚ 4 ਮਾਰਚ 2022 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਗਈ ਹੈ। ਬੈਂਚ ਨੇ ਇਸ ਪਟੀਸ਼ਨ ਤੇ ਬਚਾਅ ਪੱਖ ਤੋਂ ਜਵਾਬ ਮੰਗਿਆ। ਪਟੀਸ਼ਨ ਦੇ ਵਿੱਚ ਇੱਕ ਵਿਹਾਰਿਕ ਹੱਲ ਦੀ ਗੁੰਜਾਇਸ਼ ਲੱਭਣ ਦੇ ਲਈ ਇੱਕ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਡਾਨ ਦੇ ਦੌਰਾਨ ਲਿਜਾਈ ਜਾਣ ਵਾਲੀ ਕਿਰਪਾਨ ਉਚਿਤ ਡਿਜ਼ਾਈਨ ਵਾਲੀ ਹੋਵੇ ਅਤੇ ਉਸ ਦੇ ਵਿੱਚ 4 ਸੈਂਟੀਮੀਟਰ ਤੋਂ ਵੱਧ ਦਾ ਬਲੇਡ ਨਾ ਲੱਗਾ ਹੋਵੇ। ਵਕੀਲ ਹਰਸ਼ ਵਿਭੋਰੇ ਦੇ ਵੱਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਮੌਜੂਦਾ ਪ੍ਰਵਾਨੇ ਮਾਪਦੰਡਾਂ ਦੇ ਤਹਿਤ ਕਿਰਪਾਨ ਨੂੰ ਉਡਾਨ ਦੇ ਵਿੱਚ ਆਗਿਆ ਦੇਣਾ ਹਵਾਬਾਜ਼ੀ ਸੁਰੱਖਿਆ ਦੇ ਲਈ ਖਤਰਨਾਕ ਹੈ। ਜੇਕਰ ਕਿਰਪਾਨ ਨੂੰ ਸਿਰਫ ਧਰਮ ਦੇ ਲਿਹਾਜ਼ ਨਾਲ ਸੁਰੱਖਿਅਤ ਮੰਨਿਆ ਜਾਂਦਾ ਤਾਂ ਕਿਸੇ ਨੂੰ ਵੀ ਹੈਰਾਨੀ ਹੋਵੇਗੀ ਕਿ ਫਿਰ ਸਿਲਾਈ ਬੁਣਾਈ ਦੀਆਂ ਸੂਈਆਂ, ਨਾਰੀਅਲ, ਪੇਚਕਸ, ਛੋਟੇ ਪੈਨ, ਚਾਕੂ ਆਦਿ ਕਿਵੇਂ ਖਤਰਨਾਕ ਮੰਨ ਲਏ ਗਏ ਅਤੇ ਉਹਨਾਂ ਤੇ ਰੋਕ ਲਾ ਦਿੱਤੀ ਗਈ। ਉਧਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸ਼ੁੱਕਰਵਾਰ ਸਵੇਰੇ ਸੀਬੀਆਈ ਦੇ ਛਾਪੇਮਾਰੀ ਕੀਤੀ। ਇਸ ਗੱਲ ਦੀ ਜਾਣਕਾਰੀ ਖੁਦ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਦਿੱਤੀ। ਉਹਨਾਂ ਨੇ ਟਵੀਟ ਕਰਕੇ ਲਿਖਿਆ ਕਿ ਸੀਬੀਆਈ ਹੈ, ਉਸ ਦਾ ਸਵਾਗਤ ਹੈ। ਅਸੀਂ ਕੱਟੜ ਇਮਾਨਦਾਰ ਹਾਂ, ਲੱਖਾਂ ਬੱਚਿਆਂ ਦਾ ਭਵਿੱਖ ਬਣਾ ਰਹੇ ਹਾਂ। ਬਹੁਤ ਹੀ ਮੰਦਭਾਗਾ ਹੈ ਸਾਡੇ ਦੇਸ਼ ਦੇ ਵਿੱਚ ਜੋ ਚੰਗਾ ਕੰਮ ਕਰਦਾ ਉਸ ਨੂੰ ਇਸੇ ਤਰ੍ਹਾਂ ਪਰੇਸ਼ਾਨ ਕੀਤਾ ਜਾਂਦਾ ਹੈ। ਇਸ ਲਈ ਸਾਡਾ ਦੇਸ਼ ਅਜੇ ਤੱਕ ਨੰਬਰ 1 ਨਹੀਂ ਬਣ ਸਕਿਆ। ਉਹਨਾਂ ਨੇ ਕਿਹਾ ਹੈ ਕਿ ਅਸੀਂ ਸੀਬੀਆਈ ਦਾ ਸਵਾਗਤ ਕਰਦੇ ਹਾਂ ਅਤੇ ਉਹ ਜਾਂਚ ਦੇ ਵਿੱਚ ਪੂਰਾ ਸਹਿਯੋਗ ਦੇਣਗੇ ਤਾਂ ਜੋ ਸੱਚ ਜਲਦੀ ਸਾਹਮਣੇ ਆ ਸਕੇ। ਉਹਨਾਂ ਨੇ ਕਿਹਾ ਕਿ ਹੁਣ ਤੱਕ ਮੇਰੇ ਅਤੇ ਕਈ ਕੇਸ ਕੀਤੇ ਗਏ ਨੇ ਪਰ ਕੁਝ ਨਹੀਂ ਨਿਕਲਿਆ। ਇਸ ਦੇ ਵਿੱਚ ਕੁਝ ਵੀ ਨਹੀਂ ਨਿਕਲਣਾ। ਦੇਸ਼ ਦੇ ਵਿੱਚ ਚੰਗੀ ਸਿੱਖਿਆ ਦੇ ਲਈ ਮੇਰਾ ਕੰਮ ਰੋਕਿਆ ਨਹੀਂ ਜਾ ਸਕਦਾ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਲੋਕ ਦਿੱਲੀ ਦੀ ਸਿੱਖਿਆ ਤੇ ਸਿਹਤ ਦੇ ਲਈ ਸ਼ਾਨਦਾਰ ਕੰਮ ਤੋਂ ਪਰੇਸ਼ਾਨ ਹਨ। ਇਸ ਦੇ ਲਈ ਦਿੱਲੀ ਦੇ ਸਿਹਤ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਫੜਿਆ ਤਾਂ ਜੋ ਸਿੱਖਿਆ ਸਿਹਤ ਦੇ ਚੰਗੇ ਕੰਮ ਰੋਕੇ ਜਾ ਸਕਣ। ਉਧਰ ਰੂਪਨਗਰ ਦੀ 7 ਸਾਲਾ ਮਾਊਂਟੇਨੀਅਰ ਸਾਨਵੀ ਸੂਦ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਸ਼ੇਸ਼ ਤੌਰ ਤੇ ਆਪਣੇ ਦਫ਼ਤਰ ਬੁਲਾ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਮਗਰੋਂ ਭਗਵੰਤ ਮਾਨ ਨੇ ਟਵਿੱਟਰ ਤੇ ਲਿਖਿਆ ਕਿ ਦੇਸ਼ ਦਾ ਮਾਣ ਹੈ ਇਹ ਧੀ ਸਿਰਫ 7 ਸਾਲ ਦੀ ਉਮਰ ਦੇ ਵਿੱਚ ਕਿਲੀਮੰਜਾਰੋ ਦੀ ਚੋਟੀ ਨੂੰ ਸਰ ਕਰਨਾ ਔਰ ਉਹ ਵੀ 3 ਵਾਰ। ਇਹ ਆਸਾਨ ਨਹੀਂ। ਪੂਰੇ ਦੇਸ਼ ਨੂੰ ਸਾਨਵੀ ਸੂਦ ਤੇ ਮਾਣ ਹੈ। ਖੂਬ ਤਰੱਕੀਆਂ ਕਰੇ। ਜ਼ਿਕਰਯੋਗ ਹੈ ਕਿ ਰੂਪਨਗਰ ਦੀ 7 ਸਾਲਾਂ ਦੀ ਬੱਚੀ ਸਾਨਵੀ ਸੂਦ 9 ਜੂਨ ਨੂੰ ਮਾਊਂਟ ਐਵਰੈਸਟ ਦੇ ਬੇਸ ਕੈਂਪ ਦੀ 5364 ਕਿਲੋਮੀਟਰ ਦੀ ਉਚਾਈ ਤੇ ਇੰਡੀਆ ਦਾ ਤਿਰੰਗਾ ਲਹਿਰਾ ਚੁੱਕੀ ਹੈ। ਸਾਨਵੀ ਨੇ ਮੁਸ਼ਕਲ ਭਰੇ ਸਫ਼ਰ 12 ਦਿਨ ਦੇ ਵਿੱਚ ਪੂਰਾ ਕੀਤਾ। ਸਾਨਵੀ ਨੇ ਭਾਰਤ ਦੀ ਸਭ ਤੋਂ ਛੋਟੀ ਕੁੜੀ ਹੋਣ ਕਾਰਨ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੇ ਪਹੁੰਚ ਕੇ ਖਿਤਾਬ ਆਪਣੇ ਨਾਮ ਕੀਤਾ। ਸਾਨਵੀ ਸੂਦ ਨੇ ਇੱਕ ਹੋਰ ਕਦਮ ਅੱਗੇ ਵਧਾਉਂਦੇ ਹੋਇਆ ਮਾਊਂਟ ਕਿਲੀਮੰਜਾਰੋ ਜੋ ਕਿ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਹੈ ਤੇ 5895 ਕਿਲੋਮੀਟਰ ਦੀ ਉਚਾਈ ਦਾ ਸਫ਼ਰ ਤੈਅ ਕਰਕੇ 23 ਜੁਲਾਈ ਨੂੰ ਭਾਰਤ ਦਾ ਤਿਰੰਗਾ ਝੰਡਾ ਲਹਿਰਾ ਦਿੱਤਾ ਸੀ। ਸਾਨਵੀ ਦੀ ਇਸ ਉਪਲਬਧੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਉਸ ਨੂੰ ਤੌਰ ਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ। ਸਾਨਵੀ ਸੂਦ ਦੇ ਪਿਤਾ ਨੇ ਦੱਸਿਆ ਕਿ ਸਰਕਾਰ ਦੇ ਵੱਲੋਂ 15 ਅਗਸਤ ਨੂੰ ਸਾਨਵੀ ਨੂੰ ਪ੍ਰਮਾਣ ਪੱਤਰ ਦਿੱਤਾ ਗਿਆ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸਾਨਵੀ ਨੂੰ ਕੋਈ ਸਪੋਰਟ ਨਹੀਂ ਕੀਤਾ ਗਿਆ। ਉਧਰ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਦਿੱਲੀ ਤੇ ਪੰਜਾਬ ਦੇ ਵਿੱਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰਦੇ ਸਮੇਂ ਦਿੱਲੀ ਤੋਂ ਫੜੇ ਗਏ 4 ਅੱਤਵਾਦੀਆਂ ਨੂੰ ਵੀਰਵਾਰ ਨੂੰ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੋਸ਼ੀ ਦੀਪਕ ਸ਼ਰਮਾ, ਸੰਦੀਪ ਸਿੰਘ, ਮਨੀ ਡਾਗਰ ਤੇ ਵਿਪਨ ਜਾਖੜ ਦਾ ਰਿਮਾਂਡ ਲੈਣ ਦੇ ਲਈ ਸਰਕਾਰੀ ਵਕੀਲ ਨੇ ਅਦਾਲਤ ਦੇ ਵਿੱਚ ਤਰਕ ਦਿੱਤਾ ਹੈ ਕਿ ਇਹਨਾਂ 4 ਦੇ ਸੰਬੰਧ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਨਾਲ ਨੇ ਜੋ ਕਿ ਸਿੱਧੇ ਪਾਕਿਸਤਾਨੀ ਏਜੰਸੀ ਦੇ ਸੰਪਰਕ ਦੇ ਵਿੱਚ ਨੇ। ਨਾਲ ਹੀ ਨਾਲ ਉਹਨਾਂ ਦੇ ਇਸ਼ਾਰੇ ਤੇ ਉਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਇਹਨਾਂ ਦੀ ਕੋਸ਼ਿਸ਼ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਕੁਝ ਨਾਮੀ ਲੋਕਾਂ ਦੀ ਹੱਤਿਆ ਕਰਨ ਦੇ ਵਿੱਚ ਸੀ। ਇਸ ਦੇ ਵਿੱਚ ਮੋਹਾਲੀ, ਮੋਗਾ ਸਣੇ ਕਈ ਜ਼ਿਲ੍ਹਿਆਂ ਦੇ ਲੋਕ ਸ਼ਾਮਲ ਨੇ। ਲੋਕ ਕੌਣ ਨੇ ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਸਰਕਾਰੀ ਵਕੀਲ ਦਾ ਵੀ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਸਾਬਕਾ ਸਰਪੰਚ ਨੂੰ ਫਰੀਦਕੋਟ ਜੇਲ੍ਹ ਤੋਂ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ। ਚਾਰੋਂ ਦੋਸ਼ੀਆਂ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨੀ ਹੈ ਜਿਸ ਵਿੱਚ ਕਾਫੀ ਕੁਝ ਸਪਸ਼ਟ ਹੋਣ ਦੀ ਉਮੀਦ ਹੈ।
ਅਦਾਲਤ ਨੇ ਸਰਕਾਰੀ ਵਕੀਲ ਦੀ ਦਲੀਲ ਸੁਣਨ ਤੋਂ ਬਾਅਦ ਦੋਸ਼ੀਆਂ ਨੂੰ 23 ਅਗਸਤ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਫੜੇ ਗਏ ਅੱਤਵਾਦੀ ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਤੇ ਆਸਟ੍ਰੇਲੀਆ ਵਿੱਚ ਬੈਠੇ ਗੈਂਗਸਟਰ ਗੁਰਜੰਟ ਸਿੰਘ ਉਰਫ ਜੰਟਾ ਦੇ ਨਾਲ ਸੰਪਰਕ ਦੇ ਵਿੱਚ ਨੇ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਹੁੰਦੀ ਹੈ। ਦੋਵੇਂ ਗੈਂਗਸਟਰ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ। ਦੋਸ਼ੀਆਂ ਦੇ ਕਬਜ਼ੇ ਦੇ ਵਿੱਚ 3 ਹੈਂਡ ਗ੍ਰੇਨੇਡ, 1 IED ਤੇ 9 mm ਪਿਸਟਲ ਤੇ 40 ਕਾਰਤੂਸ ਬਰਾਮਦ ਹੋਏ ਨੇ। ਦੋਸ਼ੀਆਂ ਤੇ ਸਪੈਸ਼ਲ ਸੈੱਲ ਨੇ ਫੇਜ਼ 1 ਥਾਣੇ ਦੇ ਵਿੱਚ ਕੇਸ ਦਰਜ ਕੀਤਾ ਹੈ। ਉਧਰ ਪੰਜਾਬ ਦੇ ਵਿੱਚ ਮਾਰੂਤੀ ਕਾਰਾਂ ਨੂੰ ਲੈ ਕੇ ਵੱਡੇ ਕਪਲੇ ਦਾ ਖੁਲਾਸਾ ਹੋਇਆ। ਹੜ੍ਹ ਦੇ ਵਿੱਚ ਕੰਡਮ ਹੋ ਚੁੱਕੀਆਂ ਕਾਰਾਂ ਕਬਾੜੀਆਂ ਨੇ ਸਸਤੇ ਰੇਟ ਤੇ ਖਰੀਦੀਆਂ, ਪਰ ਫਿਰ ਉਹਨਾਂ ਨੂੰ ਫਰਜ਼ੀ ਡਾਕੂਮੈਂਟ ਦੇ ਜ਼ਰੀਏ ਰੀਜਨਲ ਟਰਾਂਸਪੋਰਟ ਅਥਾਰਟੀ ਦੇ ਕੋਲ ਰਜਿਸਟਰ ਵੀ ਕਰਵਾ ਦਿੱਤਾ। ਇਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ 40 ਕਾਰਾਂ ਬਰਾਮਦ ਹੋਈਆਂ ਨੇ। ਕਬਾੜੀਆਂ ਨੇ ਉਸਦੇ ਸਾਥੀਆਂ ਦੇ ਖਿਲਾਫ ਕੇਸ ਦਰਜ ਕਰਕੇ 3 ਨੂੰ ਗ੍ਰਿਫਤਾਰ ਕਰ ਲਿਆ। ਰੋਪੜ ਰੇਂਜ ਦੇ DIG ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ 2019 ਦੇ ਵਿੱਚ ਪਟਿਆਲਾ ਦੇ ਵਿੱਚ ਹੜ੍ਹ ਆਇਆ ਸੀ, ਜਿਸ ਦੇ ਵਿੱਚ ਰਾਜਪੁਰਾ ਰੋਡ ਦੇ ਸਥਿਤ ਏਟਲੀਅਰ ਆਟੋਮੋਬਾਈਲ ਦੇ ਵਿੱਚ 87 ਕਾਰਾਂ ਇਸ ਦੀ ਚਪੇਟ ਦੇ ਵਿੱਚ ਆ ਗਈਆਂ। ਇਹ ਸਾਰੀਆਂ ਕਾਰਾਂ ਮਾਰੂਤੀ ਦੀਆਂ ਨੇ। ਹੜ੍ਹ ਦੀ ਲਪੇਟ ਦੇ ਵਿੱਚ ਆਉਣ ਦੇ ਨਾਲ ਸ਼ੋਰੂਮ ਦੇ ਵਿੱਚ ਇਹਨਾਂ ਕਾਰਾਂ ਨੂੰ ਕੰਡਮ ਕਰਾਰ ਦੇ ਦਿੱਤਾ। ਏਜੰਸੀ ਨੇ ਇਹਨਾਂ ਕਾਰਾਂ ਨੂੰ ਕੰਡਮ ਕਰਾਰ ਦੇਣ ਦੇ ਬਾਅਦ ਪੁਲਿਸ ਤੇ ਟਰਾਂਸਪੋਰਟ ਵਿਭਾਗ ਦੇ ਨਾਲ ਸੰਪਰਕ ਨਹੀਂ ਕੀਤਾ। ਆਪਣੇ ਪੱਧਰ ਤੇ ਜੁਲਾਈ 2019 ਦੇ ਵਿੱਚ ਮਾਨਸਾ ਦੇ ਕਬਾੜੀ ਪ੍ਰਨੀਤ ਟ੍ਰੇਡਿੰਗ ਕੰਪਨੀ ਦੇ ਮਾਲਕ ਪੁਨੀਤ ਗੋਇਲ ਨੂੰ ਵੇਚ ਦਿੱਤੀਆਂ। 87 ਕਬਾੜ ਹੋਈਆਂ ਕਾਰਾਂ 85 ਲੱਖ ਦੇ ਵਿੱਚ ਵੇਚੀਆਂ ਗਈਆਂ। ਪੁਲਿਸ ਨੂੰ 3 ਅਗਸਤ ਨੂੰ ਇਸ ਬਾਰੇ ਸੂਚਨਾ ਮਿਲੀ। ਕੇਸ ਦਰਜ ਕਰਕੇ ਪੁਲਿਸ ਨੇ ਜਾਂਚ ਜਦੋਂ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਕੰਪਨੀ ਨੇ ਜਦੋਂ ਕਬਾੜੀ ਨੂੰ ਕਾਰਾਂ ਵੇਚੀਆਂ ਸਨ ਤਾਂ ਉਹਨਾਂ ਨੇ ਚੈਂਸੀ ਨੰਬਰ ਮਿਟਾ ਦਿੱਤੇ ਸਨ ਤਾਂ ਕਿ ਅੱਗੇ ਇਸ ਦੀ ਵਰਤੋਂ ਨਾ ਹੋਵੇ। ਇਸ ਦੇ ਬਾਵਜੂਦ ਪੁਨੀਤ ਗੋਇਲ ਨੇ ਸਾਥੀਆਂ ਦੇ ਨਾਲ ਮਿਲ ਕੇ ਇਹਨਾਂ ਨੂੰ ਪੰਜਾਬ ਤੇ ਦੂਜੇ ਸੂਬਿਆਂ ਦੇ ਵਿੱਚ ਟਰਾਂਸਪੋਰਟ ਆਫਿਸ ਦੇ ਵਿੱਚ ਰਜਿਸਟਰਡ ਕਰ ਲਿਆ, ਜਿਸ ਦੇ ਬਾਵਜੂਦ ਇਹਨਾਂ ਨੂੰ ਕਰੋੜਾਂ ਦੇ ਵਿੱਚ ਅੱਗੇ ਵੇਚ ਦਿੱਤਾ। ਫਤਿਹਗੜ੍ਹ ਸਾਹਿਬ ਦੇ SSP ਰਵਜੋਤ ਕੌਰ ਨੇ ਦੱਸਿਆ ਕਿ ਸਰਹੰਦ ਪੁਲਿਸ ਸਟੇਸ਼ਨ ਦੇ ਵਿੱਚ 4 ਲੋਕਾਂ ਤੇ ਕੇਸ ਦਰਜ ਕੀਤਾ ਗਿਆ। ਇਹਨਾਂ ਦੇ ਵਿੱਚ ਪੁਨੀਤ ਗੋਇਲ, ਪਿਤਾ ਰਾਜਪਾਲ ਸਿੰਘ, ਕਾਰ ਡੀਲਰ ਤੇ ਇੱਕ ਫਰਾਡ ਦਾ ਮਾਸਟਰਮਾਈਂਡ ਜਸਪ੍ਰੀਤ ਸਿੰਘ ਉਰਫ ਰਿੰਕੂ ਤੋਂ ਇਲਾਵਾ ਬਠਿੰਡਾ ਦੇ ਵਿੱਚ RTI ਏਜੰਟ ਨਵੀਨ ਕੁਮਾਰ ਵੀ ਸ਼ਾਮਲ ਹੈ। ਪੁਨੀਤ ਗੋਇਲ ਨੇ ਛੱਡ ਕੇ ਬਾਕੀ 3 ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਉਧਰ ਦਿੱਲੀ ਦੇ ਡਿਪਟੀ CM ਮਨੀਸ਼ ਸਿਸੋਦੀਆ ਦੇ ਘਰ CBI ਦਾ ਛਾਪਾ ਪਿਆ। ਸਿਸੋਦੀਆ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। CBI ਦਾ ਇਹ ਕਾਰਵਾਈ ਦਿੱਲੀ ਸਰਕਾਰ ਦੇ ਐਕਸਾਈਜ਼ ਪਾਲਿਸੀ ਨੂੰ ਲੈ ਕੇ ਹੋਈ ਹੈ। ਪਿਛਲੇ ਦਿਨੀ ਦਿੱਲੀ ਦੇ ਉਪ ਰਾਜਪਾਲ ਵਿਨੇ ਸਕਸੈਨਾ ਦੇ CBI ਜਾਂਚ ਦੀ ਸਿਫਾਰਿਸ਼ ਕੀਤੀ ਸੀ। LGVK ਸਕਸੈਨਾ ਦੇ ਮੁੱਖ ਸਕੱਤਰ ਦੀ ਰਿਪੋਰਟ ਦੇ ਬਾਅਦ ਇਹ ਕਦਮ ਚੁੱਕਿਆ। ਦਿੱਲੀ ਦਾ ਐਕਸਾਈਜ਼ ਵਿਭਾਗ ਮਨੀਸ਼ ਸਿਸੋਦੀਆ ਦੇ ਅਧੀਨ ਹੈ। CBI ਦੇ ਛਾਪੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਹਨਾਂ ਨੇ ਟਵੀਟ ਕਰਦੇ ਹੋਏ ਕੇਂਦਰ ਨੂੰ ਘੇਰਿਆ। ਉਹਨਾਂ ਨੇ ਲਿਖਿਆ ਹੈ ਕਿ ਜਿਸ ਦਿਨ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ NYT ਦੇ ਫਰੰਟ ਪੇਜ ਤੇ ਦਿੱਲੀ ਸਿੱਖਿਆ ਮਾਡਲ ਦੀ ਤਾਰੀਫ ਤੇ ਮਨੀਸ਼ ਸਿਸੋਦੀਆ ਦੀ ਫੋਟੋ ਛਪੀ, ਉਸੇ ਦਿਨ ਮਨੀਸ਼ ਦੇ ਘਰ ਕੇਂਦਰ ਨੇ CBI ਭੇਜੀ। CBI ਦਾ ਸਵਾਗਤ ਹੈ, ਪੂਰਾ ਸਹਿਯੋਗ ਕਰਾਂਗੇ। ਪਹਿਲਾਂ ਵੀ ਕਈ ਛਾਪੇ ਮਾਰੇ ਪਰ ਕੁਝ ਨਹੀਂ ਮਿਲਿਆ ਔਰ ਇਸ ਵਾਰ ਵੀ ਕੁਝ ਨਹੀਂ ਮਿਲਣਾ। ਉਧਰ ਰਾਵੀ ਦਰਿਆ ਦੇ ਵਿੱਚ ਆਏ ਹੱਦੋਂ ਵੱਧ ਪਾਣੀ ਦੇ ਕਾਰਨ ਸਰਕਾਰ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਮਕੌੜਾ ਪੱਤਣ ਦੇ ਨਾਲ ਲੱਗਦੇ 7 ਪਿੰਡਾਂ ਦੇ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ। ਇਹਨਾਂ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਹਰ ਸਾਲ ਪਾਣੀ ਆਉਣ ਕਰਕੇ ਰਾਵੀ ਦਰਿਆ ਦੇ ਬੜੇ ਅਸਥਾਈ ਪੁਲ ਨੂੰ ਹਟਾ ਦਿੱਤਾ ਜਾਂਦਾ, ਜਿਸ ਦੇ ਨਾਲ ਉਹਨਾਂ ਦਾ ਸੰਪਰਕ ਪੰਜਾਬ ਨਾਲ ਪੂਰੀ ਤਰ੍ਹਾਂ ਟੁੱਟ ਜਾਂਦਾ ਤੇ ਉਹ ਘਰਾਂ ਦੇ ਵਿੱਚ ਬੰਦ ਹੋ ਜਾਂਦੇ ਨੇ। ਅੱਗੇ ਹੋਏ ਲੋਕਾਂ ਨੇ ਕਿਹਾ ਕਿ ਜੇ ਸਾਡਾ ਹੱਲ ਨਹੀਂ ਕਰ ਸਕਦੇ ਤਾਂ ਸਾਨੂੰ ਪਾਕਿਸਤਾਨ ਦੇ ਨਾਲ ਜੋੜ ਦਿਓ। ਉਹਨਾਂ ਨੇ ਦੱਸਿਆ ਕਿ ਪਹਿਲਾਂ ਦਰਿਆਓ ਪਾਰ 15 ਪਿੰਡ ਹੁੰਦੇ ਸਨ, ਪਰ ਹੁਣ ਸਿਰਫ 7 ਪਿੰਡ ਹੀ ਰਹਿ ਗਏ ਨੇ। ਸਾਡਾ ਕਾਰੋਬਾਰ, ਜ਼ਮੀਨਾਂ ਤੇ ਘਰ ਇੱਥੇ ਹੀ ਨੇ, ਜਿਸ ਕਰਕੇ ਅਸੀਂ ਆਪਣੇ ਪਿੰਡ ਨਹੀਂ ਛੱਡ ਸਕਦੇ। ਲੋਕਾਂ ਨੇ ਕਿਹਾ ਕਿ ਕਈ ਵਾਰ ਸਰਕਾਰੀ ਨੁਮਾਇੰਦੇ ਇੱਥੇ ਆਏ ਪਰ ਸਾਨੂੰ ਹਰ ਵਾਰ ਲਾਰੇ ਹੀ ਲਗਾਏ ਗਏ। ਲੋਕਾਂ ਨੂੰ ਮੰਗ ਕੀਤੀ ਗਈ ਹੈ ਕਿ ਇੱਥੇ ਪੱਕੇ ਪੁਲ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਜੋ ਇਹਨਾਂ ਮੁਸ਼ਕਲਾਂ ਦਾ ਹੱਲ ਹੋ ਸਕੇ। ਉਧਰ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਮੁੜ ਤਰੱਕੀ ਦੀਆਂ ਲੀਹਾਂ ਤੇ ਲਿਆਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿੱਤ ਯੋਜਨਾ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵਿਭਾਗ ਦੀਆਂ ਵੱਖ-ਵੱਖ ਯੂਨੀਅਨਾਂ ਨੂੰ ਇਸ ਮਿਸ਼ਨ ਦੇ ਵਿੱਚ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਵੀਰਵਾਰ ਇੱਥੇ ਪੰਜਾਬ ਭਵਨ ਵਿਖੇ ਮੀਟਿੰਗ ਦੇ ਦੌਰਾਨ ਪੰਜਾਬ ਰੋਡਵੇਜ਼ PRTC ਦੀਆਂ ਮੁਲਾਜ਼ਮ ਯੂਨੀਅਨਾਂ ਨੇ ਸਰਕਾਰੀ ਬੱਸਾਂ ਦੇ ਬੇੜੇ ਦੇ ਵਿੱਚ ਵਾਧਾ ਕਰਨ, ਬੱਸਾਂ ਦੇ ਰੂਟਾਂ ਤੇ ਠੇਕੇ ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਸਮੇਤ ਕਈ ਮੁੱਦੇ ਉਠਾਏ। ਯੂਨੀਅਨ ਦੇ ਵੱਲੋਂ ਸਰਕਾਰੀ ਬੱਸਾਂ ਦੇ ਨਿਬੇੜੇ ਦੇ ਵਿੱਚ ਵਾਧਾ ਕਰਨ ਦੀ ਮੰਗ ਦਾ ਸਵਾਗਤ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਮਾਨ ਸਰਕਾਰ ਦੇ ਵੱਲੋਂ ਸੂਬੇ ਦੇ ਸਾਰੇ ਵਿਭਾਗਾਂ ਨੂੰ ਮਜ਼ਬੂਤ ਕਰਨ ਦੇ ਨਾਲ ਲਾਹੇਵੰਦ ਬਣਾਉਣ ਦੇ ਲਈ ਵੀ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕੀਤੇ ਜਾ ਸਕਣ। ਉਹਨਾਂ ਨੇ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਰਾਂਸਪੋਰਟ ਵਿਭਾਗ ਦੀ ਬਿਹਤਰੀ ਦੇ ਲਈ ਹੇਠਲੇ ਪੱਧਰ ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ ਸਰਕਾਰ ਦਾ ਸਾਥ ਦੇਣ। ਵਿਭਾਗ ਦੀ ਤਰੱਕੀ ਹੀ ਉਹਨਾਂ ਦੇ ਸਾਰੇ ਦੇ ਮਸਲਿਆਂ ਦਾ ਹੱਲ ਹੋਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਪਿਛਲੀਆਂ ਸੂਬਾ ਸਰਕਾਰਾਂ ਟਰਾਂਸਪੋਰਟ ਮਾਫੀਆ ਦੇ ਪ੍ਰਭਾਵ ਹੇਠ ਨੇ ਅਤੇ ਉਹਨਾਂ ਦੇ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਨੇ ਵਿਭਾਗ ਨੂੰ ਵਿੱਤੀ ਸੰਕਟ ਦੇ ਵਿੱਚ ਪਾ ਦਿੱਤਾ ਹੈ। ਇਸ ਸਰਕਾਰ ਨੇ ਨਾ ਸਿਰਫ ਸਰਕਾਰੀ ਬੱਸਾਂ ਨੂੰ ਸਿੱਧੇ ਦਿੱਲੀ ਹਵਾਈ ਅੱਡੇ ਤੱਕ ਚਲਾਉਣਾ ਸ਼ੁਰੂ ਕੀਤਾ, ਸਗੋਂ ਸੂਬੇ ਦੇ ਵੱਖ-ਵੱਖ ਰੂਟਾਂ ਤੇ ਸਰਕਾਰੀ ਬੱਸਾਂ ਨੂੰ ਸਫਲਤਾਪੂਰਵਕ ਚਲਾਉਣ ਨੂੰ ਯਕੀਨੀ ਬਣਾਉਣ ਦੇ ਲਈ ਟਰਾਂਸਪੋਰਟ ਮਾਫੀਆ ਨੂੰ ਵੀ ਨੱਥ ਪਾਈ ਹੈ। ਚੀਮਾ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਯੂਨੀਅਨ ਵੱਲੋਂ ਉਠਾਈਆਂ ਜਾਇਜ਼ ਮੰਗਾਂ ਜਿਨ੍ਹਾਂ ਦੇ ਲਈ ਵਿੱਤੀ ਸਹਾਇਤਾ ਦੀ ਲੋੜ ਹੈ ਉਸ ਬਾਰੇ ਇੱਕ ਨੋਟ ਤਿਆਰ ਕਰਕੇ ਉਹਨਾਂ ਨਾਲ ਸਾਂਝਾ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਨੇ ਕਿਹਾ ਕਿ ਠੇਕਾ ਆਧਾਰਿਤ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਦਾ ਮੁੱਦਾ ਬੀਤੇ ਦਿਨੀ ਹੋਈ ਮੀਟਿੰਗ ਦੇ ਵਿੱਚ ਵੀ ਵਿਚਾਰਿਆ ਗਿਆ ਸੀ ਔਰ ਯਕੀਨ ਦਿਵਾਇਆ ਗਿਆ ਸੀ ਕਿ ਸਰਕਾਰ ਦੇ ਵੱਲੋਂ 36000 ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਲਈ ਸੁਹਿਰਦ ਯਤਨ ਕੀਤੇ ਜਾ ਰਹੇ ਨੇ। ਮੀਟਿੰਗ ਦੇ ਵਿੱਚ ਹੋਰਨਾਂ ਇਲਾਵਾ ਟਰਾਂਸਪੋਰਟ ਵਿਕਾਸ ਗਰਗ, MD PRTC ਪੂਨਮਦੀਪ ਸਿੰਘ ਢਿੱਲੋਂ ਤੇ ਡਾਇਰੈਕਟਰ ਟਰਾਂਸਪੋਰਟ ਅਮਨਦੀਪ ਕੌਰ ਵੀ ਹਾਜ਼ਰ ਸਨ।
ਉਧਰ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ਦੇ ਵਿੱਚ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਵਿਧਾਇਕ ਨੂੰ ਮਿਲਣ ਚਿੱਟੇ ਦੀ ਪੁੜੀ ਲੈ ਕੇ ਇੱਕ ਵਾਤਾਵਰਣ ਪ੍ਰੇਮੀ ਆ ਪੁੱਜਿਆ। ਉਹਨਾਂ ਨੇ ਵਿਧਾਇਕ ਨੂੰ ਕਿਹਾ ਕਿ ਦੇਖੋ ਆਪ ਦੀ ਸਰਕਾਰ ਵਿੱਚ ਬਾਲ ਇਲਾਕੇ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ, ਜਿਸ ਨੂੰ ਰੋਕਿਆ ਜਾਵੇ। ਉੱਥੇ ਹੀ ਦਫ਼ਤਰ ਦੇ ਵਿੱਚ ਬੈਠੇ ਹੋਰ ਵਿਅਕਤੀਆਂ ਨੇ ਪਾਰਟੀ ਦੇ ਨੁਮਾਇੰਦਿਆਂ ਨੇ ਵੀ ਵਿਧਾਇਕ ਨੂੰ ਪੁਲਿਸ ਨੂੰ ਸਖਤੀ ਦੇ ਨਾਲ ਪੇਸ਼ ਆਉਣ ਦੇ ਲਈ ਕਿਹਾ। ਜਾਣਕਾਰੀ ਦੇ ਅਨੁਸਾਰ ਵਾਤਾਵਰਣ ਪ੍ਰੇਮੀ ਗੁਰਮੀਤ ਸਿੰਘ ਵਾਸੀ ਪਿੰਡ ਠੱਠਾ ਝਬਾਲ ਚੋਂ ਵਾਤਾਵਰਣ ਦੀ ਸਾਂਭ ਦੇ ਲਈ ਆਏ ਦਿਨੀ ਵੱਖ-ਵੱਖ ਉਪਰਾਲੇ ਕਰਦੇ ਰਹਿੰਦੇ ਨੇ। ਜਦੋਂ ਝਬਾਲ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ਰੇਆਮ ਵਿਕ ਰਹੀ ਹੈਰੋਇਨ ਨੂੰ ਰੋਕਣ ਦੇ ਲਈ ਜਿੱਥੇ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ, ਉੱਥੇ ਵੀਰਵਾਰ ਸਥਾਨਕ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ਪੁੱਜ ਕੇ ਉਹਨਾਂ ਨੂੰ ਸਬੂਤ ਵਜੋਂ ਚਿੱਟੇ ਦੀ ਪੂੜੀ ਸੌਂਪ ਦਿੱਤੀ ਗਈ। ਇਸ ਸਾਰੇ ਮਾਮਲੇ ਨੂੰ ਮੀਡੀਆ ਦੇ ਸਾਹਮਣੇ ਵੇਖ ਕੇ ਵਿਧਾਇਕ ਸੋਹਲ ਹੈਰਾਨ ਹੋ ਗਏ। ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਚਿੱਟੇ ਦੀ ਪੂੜੀ 500 ਰੁਪਏ ਦੇ ਵਿੱਚ ਖਰੀਦ ਕੇ ਵਿਧਾਇਕ ਨੂੰ ਸਬੂਤ ਵਜੋਂ ਦੇਣ ਪਹੁੰਚੇ ਨੇ, ਜਿਸ ਨੂੰ ਰੋਕਣ ਦੇ ਵਿੱਚ ਬਾਲ ਪੁਲਿਸ ਅਸਫਲ ਸਾਬਤ ਹੋਈ ਹੈ। ਉਹਨਾਂ ਨੇ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਗੇਟ ਨੇੜੇ ਉਹਨਾਂ ਦੀ ਰਿਹਾਇਸ਼ ਦੇ ਸਾਹਮਣੇ ਸ਼ਰੇਆਮ ਹੈਰੋਇਨ ਦੀ ਸਪਲਾਈ ਹੁੰਦੀ ਵੇਖ ਰਹੇ ਸਨ, ਜਿਸ ਦੀ ਵੀਡੀਓ ਬਣਾ ਕੇ ਜ਼ਿਲ੍ਹੇ ਦੇ ਮੌਜੂਦਾ ਐਸਐਸਪੀ ਤੇ ਹੋਰ ਅਧਿਕਾਰੀਆਂ ਨੂੰ 2 ਵਾਰ ਭੇਜੀ ਹੈ, ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ਤੇ ਇਹ ਸਾਬਤ ਹੁੰਦਾ ਹੈ ਕਿ ਪੁਲਿਸ ਦੀ ਨਸ਼ਾ ਸਮਗਲਰਾਂ ਦੇ ਨਾਲ ਮਿਲੀ ਭਗਤ ਹੈ। ਇਸ ਸੰਬੰਧੀ ਵਿਧਾਇਕ ਸੋਹਲ ਨੇ ਦੱਸਿਆ ਕਿ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਸ਼ੇ ਦੀ ਸਪਲਾਈ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਸਾਬਤ ਹੋ ਰਹੀ ਹੈ। ਪਹਿਲਾਂ ਵੀ ਨਸ਼ੇ ਦੀ ਵਿਕਰੀ ਸੰਬੰਧੀ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਨੇ, ਜਿਸ ਨੂੰ ਪੁਲਿਸ ਰੋਕਣ ਦੇ ਵਿੱਚ ਸਹੀ ਸਾਬਤ ਨਹੀਂ ਹੋ ਪਾਈ। ਉਹਨਾਂ ਨੇ ਦੱਸਿਆ ਕਿ ਪੁਲਿਸ ਦੀ ਕਾਰਗੁਜ਼ਾਰੀ ਸਹੀ ਨਾ ਹੋਣ ਸੰਬੰਧੀ ਸਾਰੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੇਸ਼ ਕੀਤੀ ਜਾਵੇਗੀ, ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਅਧਿਕਾਰੀਆਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੇ ਲਈ ਸਿਫਾਰਿਸ਼ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ, ਤੁਸੀਂ ਜੁੜੇ ਰਹੋ HSN ਨਿਊਜ਼ ਦੇ ਨਾਲ।